बिस्मिल्लाहिर्रहमानिर्रहीम मेरे सज्जनों मित्रों बेलियो चढ़दे ते लहंदे पंजाब वालियो अस्सलाम अलैकुम ते सत श्री अकाल। प्रोग्राम इनसाइडर दे नाल मैं हां तुहाडा मेजबान मलिक मुश्ताक ते मेरे नाल हसबे रवायत मौजूद ने सत्तार खान साहब। ਜਿਹੜਾ ਸਤਾਰ ਖਾਨ ਸਾਹਿਬ ਹਮੇਸ਼ਾ ਤੁਹਾਨੂੰ ਮਜ਼ੇ ਮਜ਼ੇ ਦੀਆਂ ਤੇ ਰਾਜ਼ ਦੀਆਂ ਉਹੋ ਜੀਆਂ ਗੱਲਾਂ ਸੁਣਾਉਂਦੇ ਨੇ ਜਿਹੜੀਆਂ ਤੁਸੀਂ ਪਹਿਲੇ ਨਹੀਂ ਸੁਣੀਆਂ ਹੋਈਆਂ। ਤੇ ਕੱਲ ਇੱਕ ਵੱਡਾ ਵਾਕਿਆ ਹੋਇਆ ਕਿ ਪਤਾ ਵੀ ਨਹੀਂ ਲੱਗਾ, ਸਾਨੂੰ ਕਿਸੇ ਨੂੰ ਸਮਝ ਵੀ ਨਹੀਂ ਆਈ, ਸੋਚ ਖਿਆਲ ਚ ਵੀ ਇਹ ਗੱਲ ਨਹੀਂ ਸੀ ਤੇ ਇਹਦੇ ਬਾਵਜੂਦ ਜੰਗ ਬੰਦ ਹੋ ਗਈ। ਸਭ ਤੋਂ ਪਹਿਲੇ ਅਸੀਂ ਸਤਾਰ ਖਾਨ ਸਾਹਿਬ ਨਾਲ ਗੱਲ ਕਰਦੇ ਹਾਂ। ਸਤਾਰ ਸਾਹਿਬ ਕੀ ਹਾਲ ਹੈ ਤੁਹਾਡਾ? ਮੈਂ ਠੀਕ ਹਾਂ। ਖਾਨ ਸਾਹਿਬ ਇਹ ਦੱਸੋ, ਕੱਲ ਜਿਹੜਾ ਕੰਮ ਹੋਇਆ ਉਹ ਸੋਚ ਵਿਚਾਰ ਤੋਂ ਵੀ ਬਾਅਦ ਸੀ, ਕਿਸੇ ਦੀ ਸੋਚ ਵਿੱਚ ਵੀ ਇਹ ਗੱਲ ਨਹੀਂ ਸੀ ਤੇ ਜੰਗ ਬੰਦ ਹੋ ਗਈ। ਤੇ ਜੈ ਸ਼ੰਕਰ ਜਿਹੜਾ ਫਾਰਨ ਮਿਨਿਸਟਰ ਹੈ ਇੰਡੀਆ ਦਾ, ਉਹਨੇ ਪਾਕਿਸਤਾਨ ਦੀ ਸਫਾਰਤੀ ਕੋਸ਼ਿਸ਼ਾਂ ਦੇ ਉੱਤੇ ਬੜਾ ਗਲਤ ਤੇ ਗੰਦੇ ਬਿਆਨ ਦਿੱਤੇ, ਭੁੜਕਦਾ ਰਿਹਾ, ਰੋਲੇ ਪਾਉਂਦਾ ਰਿਹਾ ਤੇ ਜੰਗ ਤੇ ਬੰਦੀ ਹੋ ਗਈ। ਲੇਕਿਨ ਜੈ ਸ਼ੰਕਰ ਨੇ ਬੜੀਆਂ ਗੰਦੀਆਂ ਗੱਲਾਂ ਕੀਤੀਆਂ। ਇਹ ਗੱਲ ਕੀ ਹੈ? ਨਹੀਂ, ਹੁਣ ਜਿਸ ਤਰ੍ਹਾਂ ਉਹ ਹੁੰਦਾ ਸੀ ਨਾ ਕਿ ਜੈ ਸ਼ੰਕਰ ਦੀ ਜਿਹੜੀ ਹਾਲਤ ਸੀ ਜਾਂ ਨਰਿੰਦਰ ਮੋਦੀ ਦੀ ਹਾਲਤ ਸੀ ਜਾਂ ਇੰਡੀਅਨ ਗਵਰਨਮੈਂਟ ਦੀ ਹਾਲਤ ਸੀ, ਉਹ ਬੜੀ ਪਤਲੀ ਗਈ ਸੀ। ਉਹ ਜਰਨਲਿਸਟ ਹੁੰਦੇ ਨੇ ਸਾਡੇ ਤੁਹਾਡੇ ਨਾਲ ਦੇ, ਉਹ ਜਰਨਲਿਸਟ ਵੀ ਅੱਗੇ ਮਾਈਕ ਕਰ ਦਿੰਦੇ। ਉਹ ਭੂਤਰਿਆ ਫਿਰਦਾ ਸੀ, ਉਹ ਅਵੋਇਡ ਕਰਦਾ ਪਿਆ ਸੀ। ਉਹ ਬਸ ਜਦ ਜਰਨਲਿਸਟ ਸਾਹਮਣੇ ਆ ਗਿਆ, ਮੀਡੀਆ ਸਾਹਮਣੇ ਆ ਗਿਆ ਤਾਂ ਉਹਦੇ ਮੂੰਹ 'ਚ ਉਹ ਫਿਰ ਜਿਹੜਾ ਨਿਕਲਿਆ ਨਾ, ਉਹ ਤਾਰੀਖੀ ਤੌਰ 'ਤੇ ਡਿਪਲੋਮੈਟਸ ਜਿਹੜੇ ਹੁੰਦੇ ਨੇ ਨਾ, ਉਹ ਇਹੋ ਜਿਹੇ ਲਫ਼ਜ਼ ਨਹੀਂ ਇਸਤੇਮਾਲ ਕਰਦੇ। ਲੇਕਿਨ ਉਹ ਵਿਚਾਰਾ ਭੂਤਰਿਆ ਸੀ, ਦਿਮਾਗੀ ਤੌਰ 'ਤੇ ਵੀ ਥੋੜ੍ਹੀ ਮੱਤ ਵੱਜੀ ਸੀ, ਇਹਨਾਂ ਸਾਰਿਆਂ ਦੀ ਵੱਜੀ। ਉਹ ਲਫ਼ਜ਼ ਜਿਹੜੇ ਇਸਤੇਮਾਲ ਕੀਤੇ ਉਹਦੇ ਬਾਅਦ ਤੇ ਪੂਰਾ ਦੁਨੀਆ ਦੇ ਵਿੱਚ ਉਹਨੂੰ ਦੁਬਾਰਾ ਕੋਈ ਗੱਲ ਕਰਨ ਦੀ ਲੋੜ ਹੀ ਨਹੀਂ ਪਈ। ਉਹ ਕਹਿੰਦਾ ਕਿ ਯਾਰ ਕੀ ਕਰੀ, ਜਿਹੜੇ ਜ਼ੁਬਾਨ ਉਹਨੇ ਇਸਤੇਮਾਲ ਕੀਤੀ, ਜਿਹੜੇ ਲਫ਼ਜ਼ ਉਹਨੇ ਇਸਤੇਮਾਲ ਕੀਤੇ, ਉਹ ਜ਼ੁਬਾਨ ਦੇ ਉਹ ਲਫ਼ਜ਼ ਇਸਤੇਮਾਲ ਕਰਨ ਦੇ ਜਵਾਬ ਵਿੱਚ ਅੱਜ ਮੈਂ ਕੁਛ ਇੰਡੀਆ ਦੀ ਤੇ ਇਜ਼ਰਾਈਲ ਦੀ, ਇੰਡੀਆ ਇਜ਼ਰਾਈਲ ਨੂੰ ਅਸਲਾ ਸਪਲਾਈ ਕਰਦਾ ਰਿਹਾ। ਮੈਂ ਉਹ ਗੱਲ ਕਰਨਾ ਪਿਆ ਕਿ ਮੇਰੀ ਜ਼ੁਬਾਨ ਜੈ ਸ਼ੰਕਰ ਕਰਾਂਦੀ ਨਹੀਂ ਹੈਗੀ, ਨਾ ਮੈਂ ਪਸੰਦ ਕਰਨਾ ਕਿ ਉਸ ਤਰ੍ਹਾਂ ਦੀ ਜ਼ੁਬਾਨ ਇਸਤੇਮਾਲ ਕਰਾਂ, ਕਿਉਂਕਿ ਮੇਰੇ ਕੋਲ ਇਨਫੋਰਮੇਸ਼ਨ ਬੜੀ ਹੁੰਦੀ ਹੈ। ਇਹ ਇਜ਼ਰਾਈਲ ਨੂੰ ਅਸਲਾ ਭੇਜਦਾ ਰਿਹਾ ਕੌਣ? ਇੰਡੀਆ, ਔਰ ਬਹਿਰੀ ਜਹਾਜ਼ਾਂ ਦੇ ਜ਼ਰੀਏ ਭੇਜਦਾ ਰਿਹਾ। ਉਹਦੇ ਵਿੱਚ ਹੋਇਆ ਦੋ ਜਹਾਜ਼ਾਂ ਦੇ, ਦੋ ਬਹਿਰੀ ਜਹਾਜ਼ ਜਿਨ੍ਹਾਂ ਨੂੰ ਤੁਸੀਂ ਇਹ ਕਹਿੰਦੇ ਕਿ ਕਾਰਗੋ ਸ਼ਿਪਸ ਨਹੀਂ ਹੁੰਦੇ, ਜੀ ਜੀ ਜੀ, ਉਹਨਾਂ ਦੇ ਜ਼ਰੀਏ। ਇੱਕ ਹੈਗਾ ਸੀ ਬੋਰਕਮ, ਇਹ ਬਹਿਰੀ ਜਹਾਜ਼, ਇਹ ਦੋਨੋਂ ਬਹਿਰੀ ਜਹਾਜ਼ ਜਿਹੜੇ ਨੇ ਚੇਨਈ ਪੋਰਟ ਤੋਂ ਨਿਕਲੇ ਨੇ ਤੇ ਇਹਨਾਂ ਦੀ ਜਿਹੜੀ ਮੰਜ਼ਿਲ ਹੈਗੀ ਸੀ ਉਹ ਇਜ਼ਰਾਈਲ ਹੈਗੀ ਸੀ। ਇੱਕ ਦੀ ਮੰਜ਼ਿਲ ਹੈਗੀ ਸੀ ਗਜ਼ਾ ਤੋਂ 30 ਕਿਲੋਮੀਟਰ ਦੂਰ ਇਜ਼ਰਾਈਲ ਦੀ ਬੰਦਰਗਾਹ ਹੈਗੀ ਉਹ। ਅੱਛਾ। ਤੇ ਦੂਜੇ ਬਹਿਰੀ ਜਹਾਜ਼ ਦੀ, ਕਾਰਗੋ ਬਹਿਰੀ ਜਹਾਜ਼ ਦੀ ਮੰਜ਼ਿਲ ਹੈਗੀ ਸੀ ਹੈਫਾ। ਤੁਸੀਂ ਤਲ ਅਬੀਬ ਦਾ ਨਾਮ ਸੁਣਿਆ ਹੋਏਗਾ। ਤਲ ਅਬੀਬ ਦੇ ਨਾਲ ਨਾਲ ਨਾ ਹੈਫਾ ਦਾ ਨਾਮ ਆਉਂਦਾ ਹੈ। ਇਹ ਕੋਈ ਜ਼ਿਆਦਾ ਸ਼ਹਿਰ ਨਹੀਂ ਗਏ ਇਜ਼ਰਾਈਲ ਕੋ, ਠੀਕ ਹੈ, ਦੂਜਾ ਵੱਡਾ ਸ਼ਹਿਰ ਹੈਗਾ। ਇਹ ਰਿਪੋਰਟ ਤੇ ਜਾਣਾ ਸੀ। ਪਹਿਲਾ ਜਿਹੜਾ ਬਹਿਰੀ ਜਹਾਜ਼ ਸੀ ਨਾ, ਉਹ ਮਸਤੀਆਂ ਕਰਦਾ ਬਹਿਰੀ ਜਹਾਜ਼ ਹੁਣ ਸਮੁੰਦਰ ਤੇ ਆ ਰਿਹਾ, ਲਹਿਰਾਂ